ਗੁਰਚਰਨ ਰਾਮਪੁਰੀ ਜੀ, ਜਿੱਥੇ ਤੁਹਾਡੇ ਕੋਲ ਕਵਿਤਾ ਦਾ ਵਿਸ਼ਾਲ ਤਜਰਬਾ ਹੈ, ਉੱਥੇ ਤੁਹਾਨੂੰ ਜ਼ਿੰਦਗੀ ਦੇ ਹਰ ਪੱਖ ਦਾ, ਹਰ ਪਹਿਲੂ ਦਾ ਤਜਰਬਾ ਹੈ। ਅੱਜ ਕੱਲ੍ਹ ਜਿੱਦਾਂ ਪਦਾਰਥਵਾਦ ਦੀ ਦੌੜ ਲੱਗੀ ਹੋਈ ਹੈ, ਅਤੇ ਮੈਂ ਇੱਕ ਥੋੜ੍ਹਾ ਜਿਹਾ ਵੱਖਰਾ ਸਵਾਲ ਤੋਂ ਇਹ ਪੁੱਛਣਾ ਚਾਹਾਂਗਾ ਕਿ ਇਹ ਜੋ ਮਾਇਆ ਹੈ, ਕੀ ਮਨੁੱਖ ਨੂੰ ਇਹ ਖੁਸ਼ੀ ਦੇ ਸਕਦੀ ਹੈ? ਇਸ ਦਾ ਕੋਈ ਸੰਬੰਧ ਹੈ ਮਾਇਆ ਦਾ? ਤੁਹਾਡਾ ਇਹ ਸਵਾਲ ਬੜਾ ਦਿਲਚਸਪ ਹੈ। ਹਾਂਜੀ। ਪਰ ਮੇਰਾ ਤਜਰਬਾ ਇਹਦੇ ਬਾਰੇ ਇਹ ਹੈ ਕਿ ਮਾਇਆ ਦੀ ਲੋੜ ਤਾਂ ਹੈ ਹਰੇਕ ਨੂੰ, ਸਾਡੀ ਰੋਟੀ ਰੋਜ਼ੀ ਲਈ, ਸਾਡੀ ਜ਼ਿੰਦਗੀ 'ਚ ਜਿਉਂਦੇ ਰਹਿਣ ਲਈ ਇਹਦੀ ਲੋੜ ਹੈ। ਜੀ। ਪਰ ਇਹਦੀ ਕਿੰਨੀ ਲੋੜ ਹੈ, ਇਹ ਫੈਸਲਾ ਮਨੁੱਖ ਨੇ ਆਪ ਕਰਨਾ। ਜੇ ਉਹ ਦੌੜ ਲੱਗ ਕੇ ਕਦੇ ਆਪਣੀ ਦੌੜ ਨਹੀਂ ਮੁਕਾਉਂਦਾ, ਫਿਰ ਇਹ ਖੁਸ਼ੀ ਦੀ ਜ਼ਮਾਨਤ ਨਹੀਂ ਬਣ ਸਕਦੀ। ਮੈਂ ਇੱਥੇ ਜਿਹੜੇ ਅਰਬਾਂਪਤੀ ਲੋਕ ਨੇ, ਉਹਨਾਂ ਦੇ ਡਾਈਵੋਰਸ ਹੁੰਦੇ ਨੇ, ਪਾਗਲ ਹੁੰਦੇ ਨੇ, ਉਹ ਕਦੇ ਖੁਸ਼ ਨਹੀਂ ਹੁੰਦੇ, ਕਤਲ ਹੋ ਰਹੇ ਨੇ। ਉਹਨਾਂ ਕੋਲ ਪੈਸਾ ਹੈਗਾ, ਲੇਕਿਨ ਪੈਸਾ ਲੋੜ ਹੈ। ਰੋਟੀ ਤੁਸੀਂ ਤਾਂ ਖਾ ਸਕਦੇ ਹੋ ਜੇ ਪੈਸਾ ਹੈਗਾ। ਜੇ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਪੈਸਾ ਕਿੱਥੇ ਮੁਕਾਉਣਾ ਹੈ, ਕਦੋਂ ਮੈਂ ਸਬਰ ਕਰਨਾ, ਤੇ ਫਿਰ ਤੁਸੀਂ ਉਹ ਪੈਸਾ ਜਿਹੜਾ ਹੈ ਉਹ ਦੁੱਖ ਵੀ ਦਿੰਦਾ। ਸਾਡਾ ਅਗਲਾ ਸਵਾਲ ਇਹ ਹੈ ਜੀ ਰਾਮਪੁਰੀ ਸਾਹਿਬ, ਕਿ ਜਿਹੜੇ ਮਨੁੱਖੀ ਰਿਸ਼ਤੇ ਆ, ਉਹਨਾਂ ਦੀ ਕਾਮਯਾਬੀ ਦਾ ਰਾਜ਼ ਕੀ ਹੈ? ਜਾਂ ਤੁਸੀਂ ਮਨੁੱਖੀ ਰਿਸ਼ਤਿਆਂ ਬਾਰੇ ਆਪਣੀ ਕਵਿਤਾ 'ਚ ਕੀ ਲਿਖਿਆ ਉਹਨਾਂ ਬਾਰੇ? ਇਹਦੇ ਬਾਰੇ ਮੈਂ ਕੁਝ ਚੀਜ਼ਾਂ ਲਿਖੀਆਂ ਨੇ, ਸੋਚਿਆ ਹੈ। ਔਰ ਮੈਂ ਹੁਣ ਮੇਰੀ ਉਮਰ 80 ਸਾਲ ਦੀ ਹੋ ਗਈ। ਇਹਦੇ 'ਚੋਂ ਜੋ ਤਜਰਬਾ ਇਹ ਨਿਕਲਿਆ ਉਹ ਇਹ ਹੈ ਕਿ ਮਨੁੱਖੀ ਰਿਸ਼ਤੇ ਤਾਂ ਸਾਵੇਂ ਰਹਿ ਸਕਦੇ ਨੇ ਜੇ ਅਸੀਂ ਦੂਜੇ ਦੇ ਥਾਂ ਖੜ੍ਹੇ ਹੋ ਕੇ ਸੋਚੀਏ। ਫਿਰ ਸਾਡੇ 'ਚ ਕੋਈ ਤਰੇੜ ਨਹੀਂ ਪੈਂਦੀ। ਝਗੜਾ ਉੱਥੇ ਹੁੰਦਾ ਜਦੋਂ ਅਸੀਂ ਮੈਂ ਤੋਂ ਗਾਹਾਂ ਨਹੀਂ ਤੁਰਦੇ। ਮੈਂ ਉਹਦਾ 'ਚ ਇੱਕ ਕਿਹਾ ਕਿ ਘਰ ਆਏ ਮਹਿਬੂਬ ਨੂੰ ਮੰਦਾ ਬੋਲ ਨਾ ਬੋਲ, ਗੁੱਡ। ਖਬਰੇ ਫੇਰ ਮਨਾਉਣ ਦੀ ਘੜੀ ਨਾ ਆਵੇ ਕੋਲ। ਤੇ ਮੈਂ ਸਮਝਦਾ ਲੋਕ ਜੇ ਮੈਂ ਨੂੰ ਘਟਾ ਕੇ ਦੂਜੇ ਨਾਲ ਉਸ ਦਾ ਜਿਹੜਾ ਇੰਟਰਸਟ ਹੈ ਉਹਦੇ ਵੱਲ ਧਿਆਨ ਦੇਣ ਤਾਂ ਰਿਸ਼ਤਾ ਬਹੁਤ ਵਧੀਆ ਕਾਇਮ ਰਹਿ ਸਕਦਾ। ਰਾਮਪੁਰੀ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦੇ ਸਾਹਿਤਕ ਅਤੇ ਨਿੱਜੀ ਤਜਰਬੇ ਸਾਡੇ ਨਾਲ ਸਾਂਝੇ ਕੀਤੇ। ਅਸੀਂ ਬੜਾ ਕੁਝ ਸਿੱਖਿਆ, ਸਾਡੇ ਸਰੋਤਿਆਂ ਨੇ ਵੀ ਬਹੁਤ ਕੁਝ ਸਿੱਖਿਆ ਹੋਏਗਾ। ਅਤੇ ਮੈਂ ਬਸ ਆਖਰ 'ਚ ਪੁੱਛਣਾ ਚਾਹਾਂਗਾ ਕਿ ਉਮਰ ਦੇ ਇਸ ਮੁਕਾਮ 'ਤੇ ਤੁਹਾਨੂੰ ਜ਼ਿੰਦਗੀ ਨਾਲ ਕੋਈ ਗਿਲਾ ਹੈ? ਮੈਂ ਸਮਝਦਾ ਜ਼ਿੰਦਗੀ ਨੇ ਜੋ ਕੁਝ ਮੈਨੂੰ ਦਿੱਤਾ ਹੈ, ਹਾਂਜੀ, ਉਹ ਮੇਰੀ ਆਸ ਨਾਲੋਂ ਜ਼ਿਆਦਾ ਹੈ। ਬਹੁਤ ਖੂਬ। ਦੂਸਰੀ ਗੱਲ ਹੈ ਕਿ ਜੇ ਤੁਸੀਂ ਗਿਲਾ ਕਰੋ ਤਾਂ ਸਵਾਏ ਆਪਣਾ ਆਪ ਮਨ ਸਾੜਨ ਦੇ ਤੁਹਾਨੂੰ ਕੱਖ ਨਹੀਂ ਲੱਭਣਾ। ਮੈਂ ਇਹ ਮਹਿਸੂਸ ਕੀਤਾ ਹੈ ਇਸ ਪੜਾਅ 'ਤੇ ਆ ਕੇ ਕਿ ਜੋ ਕੁਝ ਮਿਲਿਆ ਉਸ ਨੂੰ ਮਾਣੋ, ਉਸ ਦੇ ਉੱਤੇ ਸੰਤੁਸ਼ਟ ਰਹੋ ਔਰ ਉਹਨੂੰ ਆਪਣੇ ਥੱਲੇ ਵੱਲ ਨੂੰ ਦੇਖੋ ਕਿ ਸਾਡੇ ਨਾਲੋਂ ਔਖੇ ਲੋਕ ਨੇ। ਮੈਂ ਹੁਣ ਬਿਮਾਰ ਹੋਇਆ, 7 ਮਹੀਨੇ ਹਸਪਤਾਲ 'ਚ ਪਿਆ ਰਿਹਾ ਅਤੇ ਮੈਂ ਬਿਲਕੁਲ ਟੋਟਲੀ ਵੈਜੀਟੇਬਲ ਹੋ ਗਿਆ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਹੱਥ ਵੀ ਨਹੀਂ ਹਿਲਾ ਸਕਦਾ। ਪਰ ਮੈਂ ਇਹ ਦੇਖਿਆ, ਇੱਕ ਮੇਰੇ ਕੋਲ 'ਚ ਹੀ ਵਾਕਫ ਲੇਡੀ ਲੰਘੀ ਤਾਂ ਉਹਦਾ ਪੁੱਤ ਕੈਂਸਰ ਨਾਲ ਮਰ ਰਿਹਾ ਸੀ। ਤਾਂ ਮੈਂ ਕਿਹਾ ਵੀ ਦੁਨੀਆ ਤਾਂ ਬਹੁਤ ਦੁਖੀ ਹੈ, ਹਸਪਤਾਲ ਸਾਰਾ ਦੁਖੀਆਂ ਨਾਲ ਭਰਿਆ ਪਿਆ। ਇਸ ਕਰਕੇ ਮੈਂ ਵੀ ਉਹਨਾਂ 'ਚੋਂ ਇੱਕ ਹਾਂ। ਮੈਨੂੰ ਆਸ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਜਿਉਂਦੇ ਰਹਿਣ ਡਾਕਟਰ ਔਰ ਨਰਸਾਂ ਕਿ ਉਹਨਾਂ ਨੇ ਮੈਨੂੰ ਮੁੜ ਕੇ ਜ਼ਿੰਦਗੀ ਦੇ ਦਿੱਤੀ ਅਤੇ ਮੇਰਾ ਸਿਰ ਸਲਾਮਤ ਹੈ। ਅਤੇ ਮੈਂ ਉਹ ਲੇਖ ਵੀ ਲਿਖਿਆ ਕਿ ਸਿਰ ਸਲਾਮਤ ਹੈ, ਉਹ ਇੰਟਰਨੈੱਟ 'ਤੇ ਪੜ੍ਹਿਆ ਜਾ ਸਕਦਾ ਹੈ ਲਿਖਾਰੀ 'ਚ। ਸੋ ਮੈਂ ਸਮਝਦਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਬਾਵਜੂਦ ਸਾਰੀਆਂ ਮੁਸ਼ਕਲਾਂ ਦੇ, ਤੁਰਨ ਫਿਰਨ ਦੇ, ਮੇਰਾ ਸਾਹ ਚੱਲ ਰਿਹਾ ਹੈ।
ਸਿਰ ਸੋਚ ਰਿਹਾ, ਵਾਹ ਮੈਂ ਸੁਣ ਰਿਹਾ, ਨਜ਼ਮਾਂ ਸੁਣਾ ਰਿਹਾ, ਹੋਰ ਮੈਨੂੰ ਕੀ ਚਾਹੀਦਾ? ਵਾਹ ਵਾਹ ਵਾਹ, ਕਿਆ ਸੰਤੁਸ਼ਟੀ ਹੈ, ਬਹੁਤ ਖੂਬ ਜੀ। ਆਬਿਦ ਸਾਹਿਬ, ਵੈਸੇ ਤਾਂ ਤੁਹਾਡੀ ਜਿਹੜੀ ਹਰ ਨਜ਼ਮ ਹੈ ਨਾ, ਉਹ ਆਪਣਾ ਆਪਣਾ ਮੁਕਾਮ ਰੱਖਦੀ ਆ, ਬਹੁਤ ਖੂਬਸੂਰਤ ਨਜ਼ਮਾਂ ਤੁਹਾਡੀਆਂ ਹਰ ਇੱਕ। ਪਰ ਜਿਹੜਾ ਕਵੀ ਹੁੰਦਾ ਹੈ ਉਹਨੂੰ ਆਪਣੀਆਂ ਕੁਝ ਨਜ਼ਮਾਂ ਵਿਸ਼ੇਸ਼ ਲੱਗਦੀਆਂ ਹੁੰਦੀਆਂ, ਅਤੇ ਉਹ ਆਪਣੇ ਆਪ ਜੇ ਕਈ ਵਾਰ ਤਨਹਾਈ 'ਚ ਗੁਣਗੁਣਾਉਂਦਾ ਰਹਿੰਦਾ, ਅਤੇ ਤੁਸੀਂ ਉਹ ਨਜ਼ਮਾਂ ਜਿਹੜੀ ਤੁਹਾਨੂੰ ਬਾਰ-ਬਾਰ ਆਪਣੇ ਪੜ੍ਹਨ ਨੂੰ ਦਿਲ ਕੀਤਾ, ਉਹ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰੋ। ਬਹੁਤ ਮਿਹਰਬਾਨੀ। ਮੈਂ ਇੱਕ ਗਜ਼ਲ ਅਰਜ਼ ਕਰਦਾ, ਮਤਲਬ ਹੈ, ਤੂਫਾਨ ਵਿਛ ਗਏ ਪੈਰੀਂ ਜਿਹਦੇ ਇਸ਼ਾਰੇ ਤੇ, ਵਾਹ, ਪਹੁੰਚ ਕੇ ਡੁੱਬ ਗਈ ਕਸ਼ਤੀ ਉਹੀ ਕਿਨਾਰੇ ਤੇ, ਜੋ ਚੀਸ ਜੀ ਨੂੰ ਪਈ ਹੈ ਜਹਾਨ ਨੂੰ ਪੈਂਦੀ, ਜੋ ਚੀਸ ਜੀ ਨੂੰ ਪਈ ਹੈ ਜਹਾਨ ਨੂੰ ਪੈਂਦੀ, ਹੈ ਸੂਰਜਾਂ ਤੇ ਬਣੀ ਜੋ ਬਣੀ ਸ਼ਰਾਰੇ ਤੇ, ਹੈ ਸੂਰਜਾਂ ਤੇ ਬਣੀ ਜੋ ਬਣੀ